ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਥਾਪਿਆ ਨਾ ਜਾਏ, ਕੀਤਾ ਨ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਜੇ ਹੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨ ਜਾਏ। ਗੁਰਾ ਇਕ ਦੇਹ 부ਜਾਈ, ਸਭਨ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨ ਜਾਏ। ਗੁਰਾ ਇਕ ਦੇਹ 부ਜਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀ ਭਰ ਰਹੇ ਗੁਰੂ ਪਿਆਰੇ, ਗੁਰੂ ਸਵਾਰੇ, ਸਤ ਸੰਗੀ ਜਨੋ, ਸਤਿਗੁਰੂ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ। ਰੋਜ਼ਾਨਾ ਹੀ ਇਸ ਦੀਵਾਨ ਵਿੱਚ ਅਸੀਂ ਜੁੜ ਬੈਠ ਕੇ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਅਰਥਾਂ ਸਮੇਤ ਪਾਠ ਕਰਦੇ ਹਾਂ। ਹੁਣ ਤੱਕ ਅਸੀਂ 4 ਪੌੜੀਆਂ ਦਾ ਪਾਠ ਕੀਤਾ। 5ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਅਰਥ ਵਿਚਾਰ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਅਸੀਂ ਵਿਚਾਰਨੇ ਹਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੈਸਾ ਅਸੀਂ ਆਰੰਭਤਾ ਦੇ ਵਿੱਚ ਵਿਚਾਰ ਕੀਤੀ ਸੀ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਪ੍ਰੇਰਣਾ ਕੀਤੀ, ਜਿਹੜਾ ਉਹ ਇੱਕੋ ਇੱਕ ਸਰਬ ਸ਼ਕਤੀਵਾਨ, ਨਾ ਉਹਨੂੰ ਕਿਸੇ ਨਾਲ ਵੈਰ, ਨਾ ਉਹਨੂੰ ਕਿਸੇ ਦਾ ਡਰ। ਉਹ ਐਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅਨੇਕਾਂ ਗੁਣਾਂ ਦਾ ਜੋ ਖਜ਼ਾਨਾ ਹੈ, ਉਹਨੂੰ ਅਸੀਂ ਸਿਮਰਨਾ ਹੈ, ਉਹਨੂੰ ਅਸੀਂ ਧਿਆਉਣਾ। ਉਹਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਬਣੀ, ਸਾਰੇ ਜੀਵ ਪੈਦਾ ਹੋਏ, ਤੇ ਉਹਦੇ ਹੁਕਮ ਨੂੰ ਜਿਹੜਾ ਬੁੱਝ ਲੈਂਦਾ ਉਹ ਸਚਿਆਰ ਬਣ ਜਾਂਦਾ ਹੈ। ਉਹਦੇ ਹੁਕਮ ਨੂੰ ਬੁੱਝਣ ਲਈ ਉਹਨੂੰ ਗਾਉਣਾ ਪਏਗਾ, ਉਹਦੀ ਸਿਫਤ ਸਲਾਹ ਕਰਨੀ ਪਏਗੀ, ਉਹਦੀਆਂ ਵਡਿਆਈਆਂ ਸਾਨੂੰ ਸੁਣਨੀਆਂ ਪੈਣਗੀਆਂ। ਤੇ ਪਿਛਲੀ ਚੌਥੀ ਪੌੜੀ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ ਕਿ ਅਸੀਂ ਉਸ ਵਾਹਿਗੁਰੂ ਦੀ, ਅਕਾਲ ਪੁਰਖ ਦੀ ਅਸੀਸ ਕਿਵੇਂ ਪ੍ਰਾਪਤ ਕਰਨੀ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਸਾਡੇ ਜੀਵਨ ਦਾ 3 ਗੱਲਾਂ ਹਿੱਸਾ ਬਣ ਜਾਣ। ਅੰਮ੍ਰਿਤ ਵੇਲੇ ਦੀ ਸੰਭਾਲ, ਸੱਚੇ ਨਾਮ ਨੂੰ ਜਪਣਾ ਅਤੇ ਉਹਦੀਆਂ ਵਡਿਆਈਆਂ ਦੀ ਵਿਚਾਰ। ਹੁਣ ਸਤਿਗੁਰੂ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਨੇ, ਉਹ ਜਿਹੜਾ ਐਸਾ ਵਡਿਆਈਆਂ ਦਾ ਮਾਲਕ ਪਰਮੇਸ਼ਰ ਵਾਹਿਗੁਰੂ ਹੈ। ਸਤਿਗੁਰੂ ਮਹਾਰਾਜ ਜੀ ਭੁਲੇਖਾ ਸਾਡਾ ਦੂਰ ਕਰਦੇ ਨੇ
ਥਾਪਿਆ ਨਾ ਜਾਏ, ਕੀਤਾ ਨਾ ਹੋਏ। ਕਿ ਉਸ ਵਾਹਿਗੁਰੂ ਨੂੰ ਅਸੀਂ ਸਥਾਪਿਤ ਨਹੀਂ ਕਰ ਸਕਦੇ ਵੀ ਅਸੀਂ ਕਹਿ ਦਈਏ ਵੀ ਕਿਸੇ ਮੰਦਰ ਵਿੱਚ, ਕਿਸੇ ਮਸਜਿਦ ਵਿੱਚ, ਕਿਸੇ ਧਰਮ ਸਥਾਨ ਤੇ ਇਹ ਕਹੀਏ ਵੀ ਇੱਥੇ ਅਸੀਂ ਰੱਬ ਨੂੰ ਸਥਾਪਿਤ ਕਰ ਦਿੱਤਾ। ਨਹੀਂ, ਉਹ ਵਾਹਿਗੁਰੂ ਸਾਡਾ ਬਣਾਇਆ ਨਹੀਂ ਬਣਦਾ, ਉਹ ਤਾਂ ਸਗੋਂ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ। ਮਤਾ ਅਸੀਂ ਕੋਈ ਮੂਰਤੀ ਬਣਾ ਕੇ ਕਹੀਏ ਕਿ ਆਹ ਰੱਬ ਹੈ, ਨਹੀਂ, ਥਾਪਿਆ ਨਾ ਜਾਏ। ਉਸ ਪਰਮਾਤਮਾ ਦਾ ਵੱਡਾ ਗੁਣ ਇਹ ਹੈ ਕਿ ਉਹਨੂੰ ਕੋਈ ਬਣਾ ਨਹੀਂ ਸਕਦਾ, ਕੀਤਾ ਨਾ ਹੋਏ, ਨਾ ਹੀ ਉਹ ਕਿਸੇ ਦੁਆਰਾ ਕੀਤਾ ਜਾ ਸਕਦਾ। ਫਿਰ ਉਹ ਪਰਮਾਤਮਾ ਕਿਵੇਂ ਬਣਦਾ ਹੈ? ਆਪੇ ਆਪ ਨਿਰੰਜਨ ਸੋਏ। ਉਹ ਜਿਹੜਾ ਨਿਰੰਜਨ, ਹੁਣ ਜਦੋਂ ਕਿਸੇ ਸ਼ਬਦ ਦਾ ਅਸੀਂ ਸੰਧੀ ਛੇਦ ਕਰਕੇ ਉਹਦੇ ਅਰਥ ਕਰ ਸਕਦੇ ਹਾਂ, ਭਾਵ ਜਦੋਂ ਕੋਈ ਸ਼ਬਦ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੋਵੇ ਤਾਂ ਉਹਨੂੰ ਅਸੀਂ ਦੋ ਹਿੱਸਿਆਂ ਵਿੱਚ ਸੰਧੀ ਸਿੱਧ ਕਰ ਸਕਦੇ ਹਾਂ, ਵਾਹ ਕਰਕੇ ਉਹਦੇ ਅਰਥਾਂ ਨੂੰ ਜਾਣਿਆ ਜਾ ਸਕਦਾ ਹੈ। ਹੁਣ ਜਿਹੜਾ ਨਿਰੰਜਨ ਸ਼ਬਦ ਹੈ, ਇਹ ਨਿਰ ਪਲਸ ਅੰਜਨ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ। ਨਿਰ ਦਾ ਅਰਥ ਹੈ ਬਿਨਾਂ, ਅੰਜਨ ਦਾ ਅਰਥ ਹੈ ਸੁਰਮਾ। ਸੁਰਮੇ ਤੋਂ ਭਾਵ ਕਾਲਖ, ਕਾਲਖ ਤੋਂ ਭਾਵ ਮਾਇਆ। ਤੇ ਜਿਹੜਾ ਇਸ ਮਾਇਆ ਤੋਂ, ਇਸ ਕਾਲਖ ਤੋਂ ਰਹਿਤ ਹੈ, ਉਹਦਾ ਨਾਮ ਹੈ ਨਿਰੰਜਨ। ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ। ਉਹ ਨਿਰੰਜਨ ਵਾਹਿਗੁਰੂ, ਉਹ ਪਰਮਾਤਮਾ ਕਿਸੇ ਦੁਆਰਾ ਥਾਪਿਆ ਨਹੀਂ ਜਾ ਸਕਦਾ, ਉਹਨੂੰ ਕੋਈ ਬਣਾ ਨਹੀਂ ਸਕਦਾ। ਉਹ ਤਾਂ ਆਪਣੇ ਆਪ ਹੀ ਹੋਂਦ ਵਿੱਚ ਆਇਆ, ਆਪਣੇ ਆਪ ਹੀ ਉਹ ਪ੍ਰਗਟ ਹੋਇਆ ਤੇ ਉਹ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਐਸੇ ਸੋਹਣੇ ਅਕਾਲ ਪੁਰਖ ਵਾਹਿਗੁਰੂ ਨੂੰ ਜਿਨ ਸੇਵਿਆ, ਜਿਨ੍ਹਾਂ ਨੇ ਉਹਨੂੰ ਸੇਵਿਆ, ਜਿਨ੍ਹਾਂ ਨੇ ਉਹਨੂੰ ਗਾਇਆ, ਜਿਨ੍ਹਾਂ ਨੇ ਉਹਦੀ ਸੇਵਾ ਕੀਤੀ, ਉਹਨੂੰ ਧਿਆਇਆ, ਜਿਨ੍ਹਾਂ ਨੇ ਉਹਨੂੰ ਪਿਆਰ ਕੀਤਾ, ਤਿਨ ਪਾਇਆ ਮਾਨ। ਉਹਨਾਂ ਨੂੰ ਫਿਰ ਸੰਸਾਰ ਦੇ ਵਿੱਚ ਮਾਣ ਪ੍ਰਾਪਤ ਹੋਇਆ, ਵਡਿਆਈ ਪ੍ਰਾਪਤ ਹੋਈ, ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਸਿਮਰਿਆ, ਜਿਨ੍ਹਾਂ ਨੇ ਉਹਦੀ ਭਗਤੀ ਕੀਤੀ, ਜਿਨ੍ਹਾਂ ਨੇ ਉਹਨੂੰ ਗਾਇਆ। ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਉਹਨਾਂ ਦੀ ਬੜੀ ਮਹਿਮਾ ਗਾਈ ਗਈ, ਉਹਨਾਂ ਦੀ ਬੜੀ ਵਡਿਆਈ ਕੀਤੀ ਗਈ ਹੈ। ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਸਿਮਰਿਆ, ਜਿਨ੍ਹਾਂ ਨੇ ਉਹਨੂੰ ਧਿਆਇਆ। ਇੱਕ ਸ਼ਬਦ ਆਪ ਪੜ੍ਹਦੇ ਹੋ, ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆਠ ਦਾਮ ਕੋ ਛੀਪਰੋ ਹੋਇਓ ਲਖੀਣਾ। ਬੁਨਣਾ ਤਨਣਾ ਤਿਆਗ ਕੈ ਪਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਨੀ ਗਹੀਰਾ। ਰਵਿਦਾਸ ਧਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ ਪ੍ਰਗਟ ਹੋਆ, ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀ ਆਓ ਘਰ ਘਰ ਸੁਨਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ। ਇਹ ਵਿਦ ਸੁਨ ਕੈ ਜਾਟ ਰੋਠ, ਭਗਤੀ ਲਾਗਾ ਮਿਲੇ ਪ੍ਰਤੱਖ ਗੁਸਈਆਂ, ਧੰਨਾ ਵਡ ਭਾਗਾ। ਕਿ ਜਿਨ੍ਹਾਂ ਨੇ ਉਹਨੂੰ ਗਾਇਆ ਨਾ, ਲੋਕ ਉਹਨਾਂ ਨੂੰ ਅੱਧੀ ਕੌਡੀ ਦਾ ਛੀਂਬਾ ਕਹਿੰਦੇ ਸਨ, ਉਹ ਲੱਖਾਂ ਦਾ ਬਣ ਗਿਆ। ਲੋਕ ਉਹਨੂੰ ਨੀਵੀਂ ਜਾਤ ਵਾਲਾ ਜੁਲਾਹਾ ਕਹਿੰਦੇ ਸਨ, ਉਹ ਗੁਣਾਂ ਦਾ ਖਜ਼ਾਨਾ ਬਣ ਗਿਆ। ਬੇਸ਼ੁਮਾਰ ਉਹਦੇ ਕੋਲੇ ਗੁਣ ਪ੍ਰਾਪਤ ਹੋ ਗਏ। ਇਹ ਉਸ ਪਰਮਾਤਮਾ ਨੂੰ ਗਾਉਣ ਦਾ ਜਿਹੜਾ ਹੈ ਇੱਕ ਮਹੱਤਮ ਹੈ। ਉਸ ਅਕਾਲ ਪੁਰਖ ਨੂੰ ਜਿਨ੍ਹਾਂ ਨੇ ਸਿਮਰਿਆ ਹੈ, ਉਹਨਾਂ ਨੂੰ ਮਾਣ ਪ੍ਰਾਪਤ ਹੋਇਆ। ਕਿਉਂਕਿ ਪਰਮਾਤਮਾ ਨੂੰ ਧਿਆਉਣਾ, ਪ੍ਰਭੂ ਨੂੰ ਪਿਆਰ ਕਰਨਾ, ਪ੍ਰਭੂ ਦੇ ਗੁਣ ਗਾਉਣੇ, ਇਹ ਸੱਚਾ ਮਾਰਗ ਹੈ। ਤੇ ਜਿਹੜਾ ਇਸ ਸੱਚੇ ਮਾਰਗ ਤੇ ਤੁਰੇਗਾ, ਸੱਚਾ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕਿ ਉਹ ਵਾਹਿਗੁਰੂ ਨੂੰ ਅਸੀਂ ਕੋਈ ਉਹਨੂੰ ਸਥਾਪਿਤ ਨਹੀਂ ਕਰ ਸਕਦੇ, ਉਹਨੂੰ ਅਸੀਂ ਬਣਾ ਨਹੀਂ ਸਕਦੇ। ਉਹ ਤਾਂ ਆਪੇ ਆਪ ਬਣਿਆ ਹੋਇਆ ਹੈ, ਉਹਨੇ ਤਾਂ ਸਾਰੀ ਸ੍ਰਿਸ਼ਟੀ ਬਣਾਈ ਹੈ। ਉਹ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਤੇ ਜਿਹੜਾ ਉਹਨੂੰ ਸਿਮਰੇਗਾ, ਜਿਹੜਾ ਉਹਨੂੰ ਗਾਏਗਾ, ਉਹਨੂੰ ਮਾਣ ਪ੍ਰਾਪਤ ਹੋਏਗਾ, ਇੱਥੇ ਵੀ ਤੇ ਉੱਥੇ ਵੀ। ਜਿਹੜਾ ਉਸ ਮਾਲਕ ਦੇ ਗੁਣ ਗਾਉਂਦਾ ਹੈ, ਉਹਦੀਆਂ ਵਡਿਆਈਆਂ ਕਰਦਾ ਹੈ, ਉਹ ਇਸ ਲੋਕ ਨੂੰ ਵੀ ਸਵਾਰ ਲੈਂਦਾ ਹੈ, ਆਪਣੇ ਪਰਲੋਕ ਨੂੰ ਵੀ ਸਵਾਰ ਲੈਂਦਾ ਹੈ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਨਾਨਕ ਗਾਵੀਐ ਗੁਣੀ ਨਿਧਾਨ।
ਗੁਰਬਾਣੀ ਦੇ ਵਿੱਚ ਜਿੱਥੇ ਨਾਨਕ ਪਦ ਆਵੇਗਾ ਤੇ ਨਾਨਕ ਦੇ ਕੱਕੇ ਅੱਖਰ ਨੂੰ ਕੋਈ ਮਾਤਰਾ ਜਿੱਥੇ ਨਾ ਲੱਗੀ ਹੋਈ, ਨਾ ਸਿਹਾਰੀ ਹੋਵੇ, ਨਾ ਔਂਕੜ ਹੋਵੇ, ਉੱਥੇ ਅਸੀਂ ਰੁਕਣਾ ਹੁੰਦਾ, ਵਿਸਰਾਮ ਦੇਣਾ ਹੁੰਦਾ। ਇਹਦਾ ਵੀ ਅਸੀਂ ਪਾਠ ਨਾਨਕ ਗਾਵੀਏ ਗੁਣੀ ਨਿਧਾਨ ਇਸ ਤਰ੍ਹਾਂ ਨਹੀਂ ਕਰਾਂਗੇ। ਨਾਨਕ ਗਾਵੀਐ ਗੁਣੀ ਨਿਧਾਨ, ਭਾਵ ਨਾਨਕ ਤੇ ਥੋੜਾ ਵਿਸਰਾਮ ਦੇ ਕੇ, ਭਾਵ ਗੁਰੂ ਨਾਨਕ ਸਾਹਿਬ ਜੀ ਆਪਣੇ ਆਪ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ, ਹੇ ਨਾਨਕ ਉਸ ਗੁਣਾਂ ਦੇ ਨਿਧਾਨ, ਨਿਧਾਨ ਨਿਧਾਨ ਦਾ ਅਰਥ ਹੈ ਖਜ਼ਾਨਾ, ਗੁਣਾਂ ਦੇ ਨਿਧਾਨ, ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਅਸੀਂ ਗਾਈਏ, ਉਹਨੂੰ ਗਾਉਣਾ ਚਾਹੀਦਾ। ਗਾਵੀਐ, ਗਾਵੀਐ ਦਾ ਅਰਥ ਹੈ ਉਸ ਗੁਣਾਂ ਦੇ ਖਜ਼ਾਨੇ ਨੂੰ ਗਾਉਣਾ ਚਾਹੀਦਾ। ਜਿਹਨੂੰ ਸਿਮਰਨ ਦੇ ਨਾਲ, ਜਿਹਨੂੰ ਗਾਉਣ ਦੇ ਨਾਲ ਇੱਜ਼ਤ ਮਾਣ ਸਤਿਕਾਰ ਸੋਭਾ ਵਡਿਆਈ ਪ੍ਰਾਪਤ ਹੁੰਦੀ ਹੈ, ਉਸ ਐਸੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਸਾਨੂੰ ਗਾਉਣਾ ਚਾਹੀਦਾ ਹੈ। ਕੇਵਲ ਗਾਉਣਾ ਹੀ ਨਹੀਂ ਚਾਹੀਦਾ, ਕੇਵਲ ਗਾਉਂਦੇ ਹੀ ਨਹੀਂ ਰਹਿਣਾ ਚਾਹੀਦਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਗਾਵੀਐ ਸੁਣੀਐ ਮਨ ਰੱਖੀਐ ਭਾਓ, ਕਿ ਅਸੀਂ ਉਸ ਗੁਣਾਂ ਦੇ ਖਜ਼ਾਨੇ ਨੂੰ ਗਾਈਏ ਵੀ, ਉਹਦੀ ਵਡਿਆਈ ਨੂੰ ਸੁਣੀਏ ਵੀ, ਤੇ ਉਹਦੀਆਂ ਵਡਿਆਈਆਂ ਨੂੰ ਆਪਣੇ ਮਨ ਵਿੱਚ ਪਿਆਰ ਵੀ ਕਰੀਏ। ਮਨ ਰੱਖੀਏ ਭਾਓ, ਮਨ ਵਿੱਚ ਪਿਆਰ ਵੀ ਹੋਵੇ, ਪ੍ਰੇਮ ਵੀ ਹੋਵੇ। ਕਿਤੇ ਸਾਡਾ ਗਾਉਣਾ, ਸਾਡਾ ਬੋਲਣਾ ਪ੍ਰੇਮ ਤੋਂ ਵਿਹੂਣਾ ਨਾ ਹੋਵੇ, ਪ੍ਰੇਮ ਤੋਂ ਹੀਣਾ ਨਾ ਹੋਵੇ, ਪ੍ਰੇਮ ਤੋਂ ਸਖਣਾ ਨਾ ਹੋਵੇ। ਕਿਉਂਕਿ ਜੇ ਸਾਡਾ ਗਾਉਣਾ, ਜੇ ਸਾਡਾ ਬੋਲਣਾ, ਜੇ ਸਾਡਾ ਕੋਈ ਧਰਮ ਦਾ ਕਰਮ ਪ੍ਰੇਮ ਤੋਂ ਖਾਲੀ ਹੈ, ਪ੍ਰੇਮ ਤੋਂ ਹੀਣਾ ਹੈ, ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਬਾਣੀ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਹਨ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ, ਕਿ ਜਿਹਦੇ ਮਨ ਵਿੱਚ ਪ੍ਰੇਮ ਹੀ ਨਾ ਪੈਦਾ ਹੋਇਆ, ਉਹ ਤਾਂ ਜੋਬਨ, ਉਹ ਆਤਮਾ ਤਾਂ ਸੁੱਕ ਸੜ ਵੱਲ ਜਾਂਦੀ ਹੈ, ਭਾਵ ਉਹ ਪ੍ਰਵਾਨ ਨਹੀਂ ਹੋ ਪਾਉਂਦੀ। ਪਰ ਜੇ ਉਹਦੇ ਗੁਣ ਗਾਏ ਜਾਣ, ਜੇ ਉਹਦੀਆਂ ਵਡਿਆਈਆਂ ਕੀਤੀਆਂ ਜਾਣ, ਫਿਰ ਤਾਂ ਸੁੱਕੇ ਕਾਸ਼ਟ ਹਰਿਆ, ਫਿਰ ਤਾਂ ਸੁੱਕੇ ਹੋਏ ਵੀ ਹਰੇ ਹੋ ਜਾਂਦੇ ਨੇ। ਇਸ ਕਰਕੇ ਉਸ ਪ੍ਰਭੂ ਦੇ ਗੁਣ ਗਾਉਣੇ ਨੇ, ਉਹਦੀਆਂ ਵਡਿਆਈਆਂ ਸੁਣਨੀਆਂ ਨੇ, ਪਰ ਮਨ ਵਿੱਚ ਪ੍ਰੇਮ ਰੱਖ ਕੇ, ਮਨ ਵਿੱਚ ਭਾਵ ਰੱਖ ਕੇ। ਪ੍ਰੇਮ ਤੋਂ ਸਖਣਾ ਕੋਈ ਵੀ ਕਰਮ ਪ੍ਰਵਾਨ ਨਹੀਂ ਹੋਏਗਾ। ਤੇ ਜੇ ਅਸੀਂ ਪ੍ਰੇਮ ਰੱਖ ਕੇ ਮਨ ਵਿੱਚ ਉਹਨੂੰ ਗਾਵਾਂਗੇ, ਉਹਦੀਆਂ ਵਡਿਆਈਆਂ ਸੁਣਾਂਗੇ, ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਫਿਰ ਉਹਦਾ ਫਲ ਸਾਨੂੰ ਕੀ ਪ੍ਰਾਪਤ ਹੋਏਗਾ? ਦੁੱਖ ਪਰ ਹਰ ਸੁਖ ਘਰ ਲੈ ਜਾਏ। ਪਰ ਹਰ ਦਾ ਅਰਥ ਹੁੰਦਾ ਪਰਾਂ ਕਰ ਦੇਣਾ, ਦੂਰ ਕਰ ਦੇਣਾ। ਦੁੱਖ ਪਰ ਹਰ, ਇੱਥੇ ਦੁੱਖ ਦੇ ਖੱਖੇ ਨੂੰ ਔਂਕੜ ਲੱਗਾ ਹੋਇਆ, ਇਹਦਾ ਇੱਕ ਖਾਸ ਮਹੱਤਵ ਹੈ। ਇਹਦਾ ਅਰਥ ਹੈ, ਇਹਦਾ ਭਾਵ ਹੈ ਇੱਕ ਦੁੱਖ। ਤੇ ਅੱਗੇ ਜਦੋਂ ਤੁਸੀਂ ਪੜੋਗੇ, ਸੁੱਖ ਘਰ ਲੈ ਜਾਏ, ਉੱਥੇ ਸੁੱਖ ਦੇ ਖੱਖੇ ਨੂੰ ਵੀ ਔਂਕੜ ਹੈ। ਉੱਥੇ ਵੀ ਉਹਦਾ ਅਰਥ ਬਹੁਤੇ ਸੁੱਖ ਨਹੀਂ, ਇੱਕ ਸੁੱਖ ਹੈ। ਭਾਵ ਆਤਮਿਕ ਦੁੱਖ ਤੇ ਆਤਮਿਕ ਸੁੱਖ ਦੀ ਗੱਲ ਹੈ। ਆਤਮਿਕ ਦੁੱਖ ਕਦੋਂ ਪੈਦਾ ਹੁੰਦਾ ਹੈ? ਦੁੱਖ ਤਦੇ ਜਾਂ ਵਿਸਰ ਜਾਵੇ। ਦੁੱਖ ਉਦੋਂ ਜਦੋਂ ਉਹ ਪ੍ਰਭੂ ਸਾਡੇ ਅੰਦਰੋਂ ਵਿਸਰ ਜਾਵੇ, ਜਦੋਂ ਉਹਦੀ ਯਾਦ ਸਾਨੂੰ ਭੁੱਲ ਜਾਵੇ, ਉਹ ਹੈ ਆਤਮਿਕ ਦੁੱਖ। ਤੇ ਜਦੋਂ ਸਾਨੂੰ ਉਹ ਵਾਹਿਗੁਰੂ ਚਿੱਤ ਆਵੇ, ਅਸੀਂ ਅਰਦਾਸ ਦੇ ਵਿੱਚ ਰੋਜ਼ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਭਾਵ ਜੇ ਉਹ ਸਾਨੂੰ ਪ੍ਰਭੂ ਚਿੱਤ ਆਵੇਗਾ, ਜੇ ਉਹਦੀ ਯਾਦ ਸਾਡੇ ਮਨ ਵਿੱਚ ਟਿਕੀ ਹੋਏਗੀ, ਤਾਂ ਸਾਡੇ ਜੀਵਨ ਨੂੰ ਆਤਮਿਕ ਸੁਖ ਪ੍ਰਾਪਤ ਹੋਵੇਗਾ। ਰੱਬ ਦਾ ਭੁੱਲ ਜਾਣਾ ਆਤਮਿਕ ਦੁੱਖ ਹੈ, ਆਤਮਿਕ ਮੌਤ ਕਹਿ ਸਕਦੇ ਹਾਂ। ਰੱਬ ਚਿੱਤ ਆਵੇ, ਆਤਮਿਕ ਸੁਖ ਕਹਿ ਲਓ, ਆਤਮਿਕ ਜੀਵਨ ਕਹਿ ਲਓ। ਤੇ ਆਤਮਿਕ ਸੁਖ ਦੇ ਵਿੱਚ ਸਾਰੇ ਹੀ ਸੁਖ ਆ ਗਏ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ, ਜੇ ਅਸੀਂ ਉਹਨੂੰ ਪਿਆਰ ਨਾਲ, ਪ੍ਰੇਮ ਦੇ ਨਾਲ ਗਾਈਏ, ਸੁਣੀਏ,
ਤਾਂ ਅਸੀਂ ਆਪਣੇ ਦੁੱਖਾਂ ਨੂੰ, ਆਤਮਿਕ ਦੁੱਖ ਨੂੰ ਪਰਾਂ ਕਰਕੇ ਆਪਣੇ ਜੀਵਨ ਦੇ ਵਿੱਚ ਆਤਮਿਕ ਸੁੱਖ ਨੂੰ ਹਿਰਦੇ ਰੂਪੀ ਘਰ ਵਿੱਚ ਲਿਆ ਸਕਦੇ ਹਾਂ। ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਆਤਮਿਕ ਦੁੱਖ ਅੰਦਰੋਂ ਨਿਕਲ ਜਾਵੇਗਾ, ਆਤਮਿਕ ਸੁੱਖ ਜੀਵਨ ਵਿੱਚ ਆ ਜਾਵੇਗਾ ਜੇ ਅਸੀਂ ਉਹਨੂੰ ਪ੍ਰੇਮ ਨਾਲ ਗਾਵਾਂਗੇ ਤੇ ਪ੍ਰੇਮ ਨਾਲ ਸੁਣਾਂਗੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਵੀ ਪ੍ਰੇਮ ਦੀ ਵਡਿਆਈ, ਮਹਾਨਤਾ, ਅਸੀਂ ਬਚਨ ਪੜ੍ਹਦੇ ਹਾਂ, ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਗਲੀਆਂ ਪੰਕਤੀਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਗੁਰਮੁਖ ਨਾਦੰ ਗੁਰਮੁਖ ਵੇਦੰ, ਇਹਦਾ ਅਸੀਂ ਉਚਾਰਨ ਕਈ ਵਾਰ ਗੁਰਮੁਖ ਨਾਦ ਦੰਗ ਪਾਠ ਕਰ ਦਿੰਦੇ ਹਾਂ। ਕਈ ਵਾਰ ਭਾਵ ਗੱਗੇ ਦੀ ਆਵਾਜ਼ ਨਹੀਂ ਹੋਣੀ ਚਾਹੀਦੀ, ਨਾਸਕੀ ਉਚਾਰਨ ਗੁਰਮੁਖ ਨਾਦੰ ਗੁਰਮੁਖ ਵੇਦੰ। ਨਾਦ ਦਾ ਅਰਥ ਹੁੰਦਾ ਆਵਾਜ਼, ਜੀਵਨ ਰੋ, ਸ਼ਬਦ ਜਾਂ ਨਾਮ। ਗੁਰਮੁਖ ਨਾਦੰ, ਗੁਰਮੁਖ ਜਿਹੜਾ ਇੱਥੇ ਸ਼ਬਦ ਲਿਖਿਆ ਹੈ, ਇਹਦਾ ਅਰਥ ਭਾਵ ਜਿਵੇਂ ਅਸੀਂ ਕਹਿੰਦੇ ਵੀ ਇਹ ਬੰਦਾ ਬੜਾ ਗੁਰਮੁਖ ਹੈ। ਇੱਥੇ ਭਾਵ ਹੈ ਵੀ ਜਿਹਨੇ ਆਪਣੇ ਗੁਰੂ ਦੇ ਵੱਲ ਮੁਖ ਕੀਤਾ ਹੋਵੇ, ਜਿਹੜਾ ਗੁਰੂ ਦੇ ਵੱਲ ਮੁਖ ਕਰਕੇ ਰਹਿੰਦਾ ਹੈ, ਜਿਹੜਾ ਗੁਰੂ ਤੋਂ ਬੇਮੁਖ ਨਹੀਂ ਹੈ, ਜਿਹੜਾ ਗੁਰੂ ਦੇ ਸਨਮੁਖ ਵਿਚਰਦਾ, ਜਿਹੜਾ ਗੁਰੂ ਦੇ ਮੁਖ ਤੋਂ ਉਪਦੇਸ਼ ਨੂੰ ਗ੍ਰਹਿਣ ਕਰਦਾ ਹੈ। ਗੁਰਮੁਖ ਕੌਣ ਹੈ? ਜਿਹੜਾ ਗੁਰੂ ਦੇ ਮੁਖ ਤੋਂ ਉਪਦੇਸ਼ ਨੂੰ ਸੁਣ ਕੇ ਆਪਣੇ ਜੀਵਨ ਵਿੱਚ ਪੱਕਾ ਕਰਦਾ, ਦ੍ਰਿੜ ਕਰਦਾ। ਗੁਰਮੁਖ ਕਹਿਣ ਲੱਗੇ ਗੁਰੂ ਦੇ ਮੁਖ ਰਾਹੀਂ, ਭਾਵ ਗੁਰੂ ਦੇ ਮੁਖ ਤੋਂ ਉਪਦੇਸ਼ ਸੁਣ ਕੇ। ਹੁਣ ਇਹ ਸਮੁੱਚੀ ਬਾਣੀ ਕੀ ਹੈ? ਗੁਰੂ ਦੇ ਮੁਖ ਤੋਂ ਉਪਦੇਸ਼, ਗੁਰਬਾਣੀ ਦੇ ਵਿੱਚ ਆਪਣੇ ਮਨ ਨੂੰ ਜੋੜਨਾ, ਗੁਰਬਾਣੀ ਦੇ ਬਚਨ ਸੁਣਨੇ ਪਿਆਰ ਦੇ ਨਾਲ, ਗੁਰਬਾਣੀ ਦੇ ਬਚਨਾਂ ਨੂੰ ਕਮਾਉਣਾ। ਇਹ ਕੀ ਹੈ? ਵੀ ਗੁਰੂ ਦੇ ਮੁਖ ਤੋਂ ਗੱਲ ਸੁਣ ਕੇ ਉਹਨੂੰ ਜੀਵਨ ਵਿੱਚ ਮੰਨ ਲੈਣਾ। ਗੁਰਮੁਖ ਨਾਦੰ, ਨਾਦ ਦਾ ਅਰਥ ਹੈ ਭਾਵ ਆਵਾਜ਼, ਨਾਮ। ਭਾਵ ਗੁਰੂ ਦੇ ਮੁਖ ਤੋਂ ਹੀ ਸਾਨੂੰ ਉਸ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਨਾਦੰ ਦਾ ਅਰਥ ਹੈ ਆਵਾਜ਼, ਨਾਮ, ਸ਼ਬਦ। ਭਾਵ ਗੁਰੂ ਦੇ ਮੁਖ ਰਾਹੀਂ ਹੀ ਸਾਨੂੰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਵੇਗੀ। ਗੁਰਮੁਖ ਵੇਦੰ, ਵੇਦ, ਇੱਥੇ ਵੇਦ ਦਾ ਅਰਥ ਹੁੰਦਾ ਗਿਆਨ। ਵੀ ਗੁਰੂ ਦੇ ਮੁਖ ਤੋਂ ਹੀ ਸਾਨੂੰ ਗਿਆਨ ਪ੍ਰਾਪਤ ਹੋਵੇਗਾ। ਪਰਮਾਤਮਾ ਦਾ ਨਾਮ ਅਤੇ ਪਰਮਾਤਮਾ ਦਾ ਗਿਆਨ ਉਹ ਸਾਨੂੰ ਕਿੱਥੋਂ ਪ੍ਰਾਪਤ ਹੋਵੇਗਾ? ਗੁਰਮੁਖ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਮੁਖ ਤੋਂ ਉਪਦੇਸ਼ ਨੂੰ ਸੁਣ ਕੇ ਸਾਨੂੰ ਉਸ ਪਰਮਾਤਮਾ ਦਾ ਨਾਮ ਅਤੇ ਉਹਦਾ ਗਿਆਨ ਪ੍ਰਾਪਤ ਹੋਵੇਗਾ। ਨਾਦ ਦਾ ਅਰਥ ਹੈ ਪਰਮਾਤਮਾ ਦਾ ਨਾਮ, ਆਵਾਜ਼, ਉਹਦਾ ਹੁਕਮ। ਵੇਦੰ ਦਾ ਅਰਥ ਹੈ ਵੇਦ ਭਾਵ ਗਿਆਨ। ਨਾਮ ਵੀ ਤੇ ਗਿਆਨ ਵੀ ਸਾਨੂੰ ਗੁਰੂ ਦੇ ਮੁਖ ਤੋਂ ਹੀ ਪ੍ਰਾਪਤ ਹੋਵੇਗਾ। ਗੁਰਮੁਖ ਰਹਿਆ ਸਮਾਈ, ਗੁਰੂ ਦੇ ਮੁਖ ਤੋਂ ਹੀ ਉਪਦੇਸ਼ ਸੁਣ ਕੇ ਸਾਨੂੰ ਇਹ ਸਮਝ ਲੱਗੇਗੀ ਰਹਿਆ ਸਮਾਈ ਕਿ ਉਹ ਪਰਮਾਤਮਾ ਸਾਰੀਆਂ ਥਾਵਾਂ ਤੇ ਸਮਾਇਆ ਹੋਇਆ। ਗੁਰਮੁਖ ਰਹਿਆ ਸਮਾਈ ਦਾ ਅਰਥ ਹੈ ਗੁਰੂ ਦੇ ਮੁਖ ਤੋਂ ਹੀ ਸਾਨੂੰ ਇਹ ਗਿਆਨ ਪ੍ਰਾਪਤ ਹੋਏਗਾ, ਸੋਝੀ ਪ੍ਰਾਪਤ ਹੋਵੇਗੀ, ਇਹ ਅਨੁਭਵ ਪ੍ਰਾਪਤ ਹੋਏਗਾ ਕਿ ਉਹ ਪਰਮਾਤਮਾ ਜਿਹਨੂੰ ਅਸੀਂ ਗਾਉਣਾ ਹੈ, ਜਿਹਨੂੰ ਅਸੀਂ ਧਿਆਉਣਾ ਹੈ, ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ, ਸਾਰਿਆਂ ਦੇ ਵਿੱਚ ਹਾਜ਼ਰ ਨਾਜ਼ਰ ਹੈ, ਸਭ ਦੇ ਵਿੱਚ ਉਹ ਬੈਠਾ ਹੈ। ਗੁਰਮੁਖ ਰਹਿਆ ਸਮਾਈ, ਸਭ ਦੇ ਵਿੱਚ ਉਹ ਸਮਾਇਆ ਹੋਇਆ ਹੈ। ਇਸ ਗੱਲ ਦੀ ਸੋਝੀ ਸਾਨੂੰ ਗੁਰੂ ਦੇ ਮੁਖ ਤੋਂ ਉਪਦੇਸ਼ ਸੁਣਨ ਕਰਕੇ ਹੀ ਹੋਵੇਗੀ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਇਹਦਾ ਪਹਿਲਾਂ ਤਾਂ ਵਿਸਰਾਮ ਜਿਹੜਾ ਹੈ ਉਹ ਸਾਨੂੰ ਆਪਣੇ ਧਿਆਨ ਵਿੱਚ ਰੱਖਣਾ ਪਏਗਾ। ਗੁਰ ਈਸ਼ਰ ਪਹਿਲਾ ਵਿਸਰਾਮ, ਗੁਰ ਗੋਰਖ ਬਰਮਾ, ਗੋਰਖ ਤੋਂ ਸੰਖੇਪ ਛੋਟਾ ਵਿਸਰਾਮ, ਫਿਰ ਬਰਮਾ ਤੇ ਮੇਨ ਵਿਸਰਾਮ ਲੱਗੇਗਾ। ਗੁਰ ਈਸ਼ਰ ਗੁਰ ਗੋਰਖ ਬਰਮਾ, ਫਿਰ ਅਗਲਾ ਪੰਕਤੀ ਦਾ ਹਿੱਸਾ ਗੁਰ ਪਾਰਬਤੀ ਮਾਈ। ਇਹਦਾ ਭਾਵ ਹੈ ਸਾਡੇ ਲਈ ਈਸ਼ਰ ਸ਼ਿਵ ਗੁਰੂ ਹੀ ਹੈ। ਲੋਕ ਸ਼ਿਵ ਨੂੰ ਮੰਨਦੇ ਨੇ,
शिव नूं मौत दा देवता कहते ने, पर सतगुरु महाराज जी कहते साडे लई सब कुछ गुरु ही है। सानू ईश्वर नूं शिव नूं मन्नण दी लोड़ नहीं है। साडा शिव साडा ईश्वर गुरु ही है। गुर गोरख बरमा, साडे लई गोरख भी ब्रह्मा भी गुरु ही है। ਇਹਦਾ ਇਹ ਅਰਥ ਨਹੀਂ ਲੈਣਾ। ਕਈ ਵਾਰ ਜਿਹੜੇ ਅਨਮਤੀਏ ਸਾਨੂੰ ਭੁਲੇਖੇ 'ਚ ਪਾਉਣ ਵਾਸਤੇ ਉਹ ਸਾਨੂੰ ਕਹਿ ਦਿੰਦੇ ਨੇ ਕਿ ਦੇਖੋ ਜੀ ਗੁਰੂ ਨਾਨਕ ਸਾਹਿਬ ਜੀ ਨੇ ਵੀ शिव जी ਨੂੰ ਗੁਰੂ ਆਖਿਆ ਕਿ ਗੁਰ ਈਸ਼ਰ ਕੇ शिव गुरु है, गोरख ब्रह्मा भी गुरु है। नहीं भाई, अगली पंक्ति अगे सानू सारा ये नखेड़ा कर देवेगी। ਇਹਦਾ भाव है वे गुरु ही साडे लई सब कुछ है। गुर ईश्वर गुर गोरख ब्रह्मा गुर पार्वती माई, पार्वती माई भी साडे लई गुरु ही, भाव साडा गुरु ही साडे लई पार्वती माई है। सानू किसी वखरी पार्वती माई नूं पूजण दी, मन्नण दी, ध्यान दी, ओदी फोटो लाउण दी, किसी लक्ष्मी दी फोटो लाउण दी सानू अपने कारखाने च अपने घर विच कोई लोड़ नहीं है। साडे लई सब कुछ साडा गुरु है। गुरु गुरु गुर कर मन मोर, गुरु बिना मैं नाही होर। गुर की टेक रहो दिन रात, जाकी कोई ना मिटे दात। गुर ईश्वर गुर गोरख बरमा गुर पार्वती माई, गुरु ही साडे लई सब कुछ है। सानू किसी ईश्वर शिव दी, गोरख दी, ब्रह्मे दी, पार्वती माई दी कोई पूजा करन दी लोड़ नहीं है। असीं अपने गुरु नूं सिमरना है, गुरु नूं ध्याना है। उस गुरु की वडियाई, गुरु की महिमा, गुरु की जिहड़ी महानत है वो तो इन्नी विशाल है कि जे गुरु की महिमा नूं, वडियाई नूं, ओदी ताकत नूं, ओदी समर्था नूं कोई जान भी लवे ना, अनुभव हो जे, तो सतगुरु महाराज जी कहते वो फिर बयान नहीं किया जा सकता उस महिमा नूं, गुरु की वडियाई नूं। जे हो जाना आखा नाही, कहते जे मैनू गुरु की अजमत की वडियाई की समझ पै जाए कि गुरु की विशालता किड्डी वड्डी है, तो उन्होंने असीं बयान करके नहीं दस सकते, असीं आख नहीं सकते, साडे कोल समर्थ ही नहीं है उहदी वडियाई नूं बयान करन दी। कहना कथन न जाय, उस दी वडियाई नूं कथन नहीं किया जा सकता, उहदी वडियाई नूं पूरी तरह बयान नहीं किया जा सकता। जिवें कोई गूंगे नूं पुछे भी गुड़ किन्ना क स्वाद है, वो की दसेगा, वो दसेगा नहीं। ਇਹਦਾ ਭਾਵ ਇਹ नहीं भी जे वो दसदा नहीं है तो भी गुड़ मिठा नहीं सी, गुड़ स्वाद नहीं सी। परमात्मा की वडियाई बयान नहीं की जा सकती। कबीर साहब जी तो इथों तक कहते ने, कबीर सात समुंदर मस करो, कलम करो बन राए, बसदा कागद जो करो, हर जस लिखन ना जाए। कहो कबीर गूंगे गुड़ खाया, पूछे ते क्या कही है। जे हो जाना आखा नाही, कहड़ा कथन न जाय। फिर असी की करिए, असी गुरु जी दे अगे एक अरदास करिए, गुरा। इहदा पाठ कई बार असी गुरा करते हैं, बिंदी ला के गुरा, गुरा पाठ नहीं है, गुरा। एक गुरु अगे तरला, जिवें असी पढ़ते ना, मेरे सतगुरा, भाव एक तरला गुरु अगे लैना भी, हे मेरे सतगुरा। गुरा एक देह बुझाई, बुझाई का अर्थ है समझ, अकल, मत, कि हे सतगुरु जी मैनू एक समझ दिओ, मैनू एक मत दिओ, मैनू एक अकल दे दिओ। गुरा एक देह बुझाई, हे सतगुरु जी मैनू एक ये मत दे दिओ, ये समझ दे दिओ, मेरे मन नू ये गल एक जिहड़ी है ना भी मेरा मन उस गल नू मन जावे। वो समझ किहड़ी है, वो समझ ये है, सबना जियां का एक दाता, कि सारियां जियां दा जिहड़ा दाता वो एक ही है। मेरा मन इस गल नू मन जावे, समझ जावे, मता किते भुलेखे च रवे भी पैदा करने वाला ब्रह्मा है, रिजक देने वाला विष्णु है, मारन वाला शिव है। मता असीं इस भुलेखे विच फिरदे रहीए, नहीं।
हे सतगुरु जी मेरे मन नूं इन्नी क मत दे दिओ कि इहनूं पता लग जावे सबना जियां का एक दाता सो मैं विसर ना जाए। वो किते मैनू भुल ना जावे, वो मैनू किते विसर ना जावे, क्योंकि जे वो विसर गया तो फिर अगे आत्मक मौत खड़ी है। आखां जीवां विसरै मर जाऊं। इस करके इस पंजवीं पौड़ी विच गुरु नानक पातशाह महाराज जी ने जो सानू उपदेश बख्शिश किया है कि उस वाहिगुरु दीयां वडियाइयां इन्नियां ने कि उन्होंने असीं बना नहीं सकते, पैदा नहीं कर सकते, वो अपने आप ही पैदा होया। पर जे असीं उन्होंने सिमरांगे, उन्होंने ध्यावांगे, सानू मान इज्जत प्राप्त दोहां थाई प्राप्त होवेगा। उन्होंने असीं गाया करिए, उहदे नाम नूं सुनिया करिए, पर प्रेम दे नाल। जे असीं प्रेम नाल गावांगे सुनांगे तां साडे दुख जिहड़ा अंदरों आत्मक दुख विछोड़े दा दुख वो दूर हो जाएगा, मिलाप दा सुख साडे हिरदे च वस जावेगा। गुरु दे सन्मुख रह के असीं गुरु दा नाम, परमात्मा दा नाम, ਉਹਦਾ ਗਿਆਨ ਸਾਨੂੰ ਪ੍ਰਾਪਤ ਹੋ ਜਾਏਗਾ। ਗੁਰੂ ਦੇ ਰਾਹੀਂ ਸਾਨੂੰ ਇਹ ਸੋਝੀ ਆ ਜਾਵੇਗੀ ਕਿ ਉਹ ਪ੍ਰਮਾਤਮਾ ਸਾਰੀਆਂ ਥਾਵਾਂ ਤੇ ਸਮਾਇਆ ਹੋਇਆ ਹੈ। ਇਸ ਕਰਕੇ ਗੁਰੂ ਹੀ ਸਾਡੇ ਲਈ ਸ਼ਿਵ ਹੈ, ਗੁਰੂ ਹੀ ਸਾਡੇ ਲਈ ਗੋਰਖ ਬਰਮਾ ਹੈ, ਗੁਰੂ ਹੀ ਸਾਡੇ ਲਈ ਪਾਰਵਤੀ ਮਾਈ ਹੈ। ਭਾਵ ਸਾਨੂੰ ਇਹਨਾਂ ਵੱਖਰੀਆਂ ਸ਼ਕਤੀਆਂ ਦੀ ਲੋੜ ਨਹੀਂ ਹੈ। ਤੇ ਉਸ ਗੁਰੂ ਦੀ ਵਡਿਆਈ ਤਾਂ ਭਾਈ ਏਡੀ ਵਿਸ਼ਾਲ ਹੈ ਕਿ ਜੇ ਅਸੀਂ ਉਹਨੂੰ ਜਾਣ ਲਈਏ ਤਾਂ ਅਸੀਂ ਬਿਆਨ ਨਹੀਂ ਕਰ ਸਕਦੇ। ਜਿਵੇਂ ਲੂਣ ਦੀ ਡਲੀ ਸਮੁੰਦਰ ਦਾ ਕੀ ਅੰਤ ਪਾਵੇਗੀ। ਇਸ ਕਰਕੇ ਗੁਰੂ ਅੱਗੇ ਸਾਡੀ ਇੱਕੋ ਹੀ ਅਰਦਾਸ ਹੈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ